जी सतनाम श्री वाहेगुरु जी। इको तकी सदा खालसे ने बाणी वाली, ओट इको तकी सदा खालसे ने बाणी वाली, ओट इको तकी सदा खालसे ने बाणी वाली। नाम दिया रैन सदा चढ़िया खुमारियां, नाम दिया रैन सदा चढ़िया खुमारियां। वाहिगुरु साहिब जीओ। सतनाम श्री वाहिगुरु साहिब जीओ। बाणी गुरु गुरु है बाणी विच बाणी अमृत सारे। गुरबाणी कहे सेवक जन मानै परतख गुरु निस्तारे। वाहो वाहो बाणी निरंकार है तिस जेवड़ अवर ना कोए। जुगो जुग अटल चवर छतर तख्तां दे मालक
ਸ਼ਬਦ ਅਵਤਾਰ ਬਾਣੀ ਕੇ ਬੋਹਿਤ ਸਾਰਿਆਂ ਧਰਮਾਂ ਦੇ ਸਾਂਝੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਗੁਰੂ ਖਾਲਸਾ ਜੀਓ ਅਤੀ ਅੰਤ ਵਡਭਾਗੀ ਹੋ ਧੰਤਾ ਦੇ ਯੋਗ ਹੋ ਵਡਿਆਈ ਦੇ ਪਾਤਰ ਹੋ ਪਿਆਰਿਓ ਜੋ ਇਸ ਰਚਾਏ ਹੋਏ ਕੁੰਭ ਦੇ ਵਿੱਚ ਆਣ ਕੇ ਗੁਰਮੁਖ ਪਿਆਰਿਓ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਵੱਦੀ ਟਕਸਾਲ ਜੋ ਜਿੱਥੇ ਗੁਰਮਤ ਦੀ ਸਿਖਲਾਈ ਮਿਲਦੀ ਹੈ ਤੇ ਜਿੱਥੇ ਆ ਕੇ ਸਾਨੂੰ ਸਾਹਿਬ ਦੇ ਚਰਨਾਂ ਦੇ ਨਾਲ ਜੁੜਨ ਦਾ ਇੱਕ ਮਾਰਗ ਮਿਲਦਾ ਹੈ, ਇੱਕ ਸਿੱਖਿਆ ਮਿਲਦੀ ਹੈ, ਇੱਕ ਸੇਧ ਮਿਲਦੀ ਹੈ, ਉਸ ਅਸਥਾਨ ਦੇ ਉੱਪਰ ਸੁਭਾਈਮਾਨ ਹੋਏ ਹੋ। ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹੋ, ਯਾਦਾਂ ਮਨਾ ਰਹੇ ਹੋ। ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਤੇ ਨਿੱਘੀ ਯਾਦ ਦੇ ਅੰਦਰ ਸਾਰੇ ਜੁੜ ਬੈਠੇ ਹੋ। ਅੱਜ ਦਾ ਜੋ ਸਮਾਗਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਯਾਦਾਂ ਕਿਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਗੁਰਮੁਖ ਪਿਆਰਿਓ? ਸਾਡੇ ਵਰਗੇ ਤੇ ਲੱਖਾਂ ਹੀ ਆਏ ਤੇ ਲੱਖਾਂ ਹੀ ਤੁਰ ਗਏ, ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਹਨ ਜਿਹੜੇ ਇਸ ਦੁਨੀਆ ਦੇ ਅੰਦਰ ਆ ਕੇ ਕੋਈ ਸੱਚ ਦੀ ਕਮਾਈ ਕਰਕੇ ਜਾਂਦੇ ਹਨ। ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਹਨ ਜਿਹੜੇ ਉਹਦੇ ਮਾਰਗ ਤੇ ਚੱਲਦੇ ਹਨ, ਗੁਰੂ ਨਾਨਕ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਤੇ ਆਪਣਾ ਜੀਵਨ ਸਵਾਰ ਲੈਂਦੇ ਹਨ। ਉਹ ਜੀਵਨ ਸਵਾਰਿਆ ਹੋਇਆਂ ਦੀਆਂ ਫਿਰ ਯਾਦਾਂ ਮਨਾਈਆਂ ਜਾਂਦੀਆਂ ਨੇ। ਸੋ ਸਮਾਂ ਸੀਮਤ ਹੈ, ਸਮੇਂ ਦੇ ਵਿੱਚ ਰਹਿ ਕੇ ਮੈਂ ਇਤਿਹਾਸ ਦੀ ਸਾਂਝ ਆਪ ਜੀ ਦੇ ਨਾਲ ਪਾਵਾਂ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਮਹਾਨ ਸ਼ਖਸੀਅਤ, ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਜਗਤਾਰ ਸਿੰਘ ਜੀ, ਜੋ ਹੁਣੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਹਨ। ਸੋ ਗੁਰਮੁਖ ਪਿਆਰਿਓ, ਐਸੀਆਂ ਸ਼ਖਸੀਅਤਾਂ ਦੇ ਦਰਸ਼ਨ ਦੀਦਾਰੇ ਵੀ ਸਾਨੂੰ ਭਾਗਾਂ ਦੇ ਨਾਲ ਹੋਇਆ ਕਰਦੇ ਹਨ, ਕਿਉਂਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਕਿਸੇ ਗੁਰੂ ਘਰ ਦੇ ਵੀ ਹੋਣ, ਗੁਰੂ ਘਰ ਦੇ ਵਜ਼ੀਰ, ਉਹਨਾਂ ਦਾ ਬਹੁਤ ਉੱਚਾ ਅਸਥਾਨ ਹੈ। ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੁਖ ਪਿਆਰਿਓ, ਇਹ ਤੇ ਭਾਗਾਂ ਦੇ ਨਾਲ ਜਿਹੜਾ ਅਹੁਦਾ ਹੈ ਉਹ ਪ੍ਰਾਪਤ ਹੁੰਦਾ ਹੈ। ਚੰਗੇ ਕਰਮਾਂ ਦੇ ਨਾਲ ਇਹ ਅਹੁਦੇ ਜਿਹੜੇ ਹਨ ਉਹ ਮਿਲਦੇ ਹਨ। ਜਿਨ੍ਹਾਂ ਨੇ ਕੋਈ ਨਾਮ ਦੀ ਕਣੀ ਪਹਿਲਾਂ ਬੀਜੀ ਹੁੰਦੀ ਹੈ ਨਾ, ਉਹਨਾਂ ਨੂੰ ਫਿਰ ਇਹ ਅਹੁਦੇ, ਸਤਿਕਾਰਯੋਗ ਅਹੁਦੇ ਦੁਨੀਆ ਦੇ ਅੰਦਰ ਮਿਲਦੇ ਹਨ। ਸੋ ਹੁਣੇ ਆਪ ਜੀ ਦੇ ਨਾਲ ਸ਼ਬਦਾਂ ਦੀ ਸਾਂਝ ਪਾ ਕੇ ਗਏ ਨੇ। ਸਾਹਿਬ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ, ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤ ਗੁਰਮੁਖ ਪਿਆਰਿਓ, ਜੋ ਜਵੱਦੀ ਟਕਸਾਲ ਮੁਖੀ ਬਣ ਕੇ ਜਿਹੜੇ ਹੁਣ ਇਸ ਨੂੰ ਚਲਾ ਰਹੇ ਨੇ, ਸਾਹਿਬ ਇਹਨਾਂ ਦੇ ਉੱਤੇ ਸਦਾ ਹੀ ਆਪਣੀ ਕਿਰਪਾ ਬਖਸ਼ਿਸ਼ ਬਣਾਈ ਰੱਖਣ। ਐਸੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਕੇ, ਐਸੇ ਮਹਾਂਪੁਰਖਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਹੈ ਗੁਰਮੁਖ ਪਿਆਰਿਓ ਇਹ ਸਫਲਾ ਹੋ ਜਾਇਆ ਕਰਦਾ ਹੈ। ਐਸੀ ਮਾਣਯੋਗ ਸ਼ਖਸੀਅਤ ਧੰਨ ਧੰਨ ਸੰਤ ਬਾਬਾ ਅਮੀਰ ਸਿੰਘ ਜੀ, ਜੋ ਸੰਗਤ ਦੇ ਵਿੱਚ ਬੈਠ ਕੇ ਸਾਰਾ ਪ੍ਰੋਗਰਾਮ ਜਿਹੜਾ ਹੈ ਆਪ ਸਰਵਣ ਕਰ ਰਹੇ ਹਨ। ਨਿਮਰਤਾ ਵਾਲੀ ਰੂਹ ਹੈ, ਪ੍ਰੇਮ ਭਿੱਜੀ ਰੂਹ ਹੈ। ਸੋ ਸਾਹਿਬ ਐਸੀਆਂ ਰੂਹਾਂ ਨੂੰ ਸਦਾ ਹੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਬੜੀ ਲੋੜ ਹੈ ਗੁਰਮੁਖ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਐਸੀਆਂ ਰੂਹਾਂ ਦੀ ਜਿਹੜੇ ਰੱਬ ਦੇ ਨਾਲ ਜੋੜਦੇ ਹਨ। ਇੱਕ ਕਲਯੁਗ ਦੇ ਤੱਤੇ ਝੋਲਿਆਂ ਤੋਂ ਜਿਹੜੇ ਸਾਨੂੰ ਬਚਾਉਂਦੇ ਹਨ। ਐਸੀਆਂ ਰੂਹਾਂ ਵਿਰਲੀਆਂ ਜਗਤ ਦੇ ਵਿੱਚ ਆਇਆ ਕਰਦੀਆਂ ਨੇ। ਐਸੀਆਂ ਮਾਣਯੋਗ ਸ਼ਖਸੀਅਤਾਂ ਜਿਨ੍ਹਾਂ ਨੂੰ ਰੱਬ ਦੁਨੀਆ ਦੇ ਅੰਦਰ ਭੇਜਦਾ ਹੈ ਭਲਾ ਕਰਨ ਦੇ ਵਾਸਤੇ, ਜਿਨ੍ਹਾਂ ਦੇ ਰਾਹੀਂ ਪਤਾ ਨਹੀਂ ਕਿੰਨਿਆਂ ਕੁ ਦਾ ਸਾਡੇ ਵਰਗਿਆਂ ਦਾ ਭਲਾ ਹੋ ਜਾਣਾ ਹੈ। ਸੋ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸਾਰੀ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਹਨ ਇੱਥੇ ਬੈਠੇ ਹੋਏ ਨੇ, ਕਿਉਂਕਿ ਗੁਰਮਤ ਸੰਗੀਤ ਅਕੈਡਮੀ ਜਿਹੜੀ ਹੈ ਉਹ ਵੀ ਚਲਾਈ ਗਈ ਹੈ ਇੱਥੇ। ਗੁਰਮਤ ਸੰਗੀਤ ਅਕੈਡਮੀ ਜਿਹੜਾ ਸੁਰ ਤਾਲ ਦਾ ਗਿਆਨ ਹੈ, ਕਿਉਂਕਿ ਗੁਰਬਾਣੀ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਵਿੱਚ ਲੈ ਕੇ ਆਏ ਤੇ ਬਾਣੀ ਰਾਗਾਂ ਦੇ ਵਿੱਚ ਆਈ ਹੈ। ਬਾਣੀ ਦਾ ਕੀਰਤਨ ਹੁੰਦਾ ਹੋਇਆ ਜਗਤ ਦੇ ਵਿੱਚ ਆਇਆ ਗੁਰਮੁਖ ਪਿਆਰਿਓ। ਇਸੇ ਲਈ ਜਦੋਂ ਰਾਗਾਂ ਦੇ ਵਿੱਚ ਗੁਰਬਾਣੀ ਗਾਈ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਤੇ ਫਿਰ ਉਹਦਾ ਆਨੰਦ ਜਿਹੜਾ ਉਹ ਵੱਖਰਾ ਹੁੰਦਾ ਹੈ। ਮਿੱਠੀ ਹੈ ਬਾਣੀ, ਰਸ ਭਿੱਜੀ ਬਾਣੀ ਹੈ। ਗੁਰਮੁਖ ਪਿਆਰਿਓ ਕਹਿੰਦੇ ਨੇ ਜਿਸ ਨੇ ਗੁਰਬਾਣੀ ਦਾ ਰਸ ਚੱਖ ਲਿਆ ਤੇ ਦੁਨੀਆ ਦੇ ਹੋਰ ਰਸ ਜਿਹੜੇ ਨੇ ਉਹ ਫਿੱਕੇ ਲੱਗਣ ਲੱਗ ਜਾਂਦੇ।
ਇਹ ਰਾਗਾਂ ਦੇ ਵਿੱਚ ਆਈ ਹੈ। ਸੋ ਉਹੋ ਹੀ ਰਾਗਾਂ ਦੀ ਜਿਹੜੀ ਸਿਖਲਾਈ ਹੈ ਇੱਥੇ ਦਿੱਤੀ ਜਾਂਦੀ ਹੈ। ਸੁਰ ਤਾਲ ਦੇ ਵਿੱਚ ਪਰਪੱਕ ਹੋ ਕੇ ਇੱਥੋਂ ਵਿਦਿਆਰਥੀ ਜਿਹੜੇ ਜਾਂਦੇ ਹਨ ਸਿੱਖਿਆ ਲੈ ਕੇ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਫਿਰ ਮਾਣ ਪ੍ਰਾਪਤ ਕਰਦੇ ਹਨ। ਇਹ ਬਹੁਤ ਵੱਡੀ ਸੇਵਾ ਹੈ ਜੋ ਯੁਵੱਦੀ ਟਕਸਾਲ ਦੇ ਵੱਲੋਂ ਕੀਤੀ ਜਾ ਰਹੀ ਹੈ। ਸਮਾਂ ਸੀਮਤ ਹੈ ਤੇ ਸਮੇਂ ਦੇ ਵਿੱਚ ਰਹਿ ਕੇ ਮੈਂ ਸਭ ਤੋਂ ਪਹਿਲਾਂ ਮਹਾਂਪੁਰਖਾਂ ਦੇ ਇਸ ਦੁਨੀਆ ਦੇ ਵਿੱਚ ਆਉਣ ਦਾ ਜਿਹੜਾ ਜਸ ਹੈ, ਜਿਨ੍ਹਾਂ ਦੇ ਨਾਲ ਸੰਗ ਜਿਹੜਾ ਹੈ ਸਾਨੂੰ ਭਾਗਾਂ ਦੇ ਨਾਲ ਮਿਲਦਾ ਹੈ, ਉਹਨਾਂ ਦੀ ਉਸਤਤ ਦੇ ਵਿੱਚ ਇੱਕ ਸ਼ਬਦ ਕਹਿ ਕੇ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚੋਂ ਜਿਤਨਾ ਕੁ ਸਮਾਂ ਹੋਇਆ ਆਪ ਜੀ ਦੇ ਨਾਲ ਮੈਂ ਉਤਨੀ ਕੁ ਸਾਂਝ ਪਾਵਾਂਗੀ, ਕਿਉਂਕਿ ਸਮੇਂ ਤੋਂ ਬਾਹਰ ਨਹੀਂ ਜਾਣਾ। ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਤੁਸੀਂ ਮੇਰੇ ਤੋਂ ਪਹਿਲਾਂ ਸਰਵਣ ਕਰ ਚੁੱਕੇ ਹੋ। ਜਦੋਂ ਅਸੀਂ ਆਏ ਹਾਂ ਰਾਗੀ ਜਥਾ ਸਾਡੇ ਤੋਂ ਪਹਿਲਾਂ ਬੜੀਆਂ ਮਿੱਠੀਆਂ ਸੁਰਾਂ ਦੇ ਵਿੱਚ ਆਪ ਜੀ ਨੂੰ ਹਰੀ ਜਸ ਕੀਰਤਨ ਦੇ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਾ ਕਰ ਰਹੇ ਸੀ। ਸੋ ਆਓ ਸਭ ਤੋਂ ਪਹਿਲਾਂ ਮਹਾਂਪੁਰਖਾਂ ਦੀ ਉਸਤਤ ਕਰ ਲਈਏ ਕਿ ਐਸੀਆਂ ਸ਼ਖਸੀਅਤਾਂ ਦੀ ਸੰਗਤ ਸਾਨੂੰ ਕਿਸ ਤਰ੍ਹਾਂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਉਹਨਾਂ ਲਾਈਨਾਂ ਨੂੰ ਮੇਰੇ ਸਾਥੀ ਆਪਦੀ ਸੇਵਾ ਦੇ ਅੰਦਰ ਇਉਂ ਰੱਖਣ ਲੱਗੇ।
धन धन जन आया, जिस प्रसाद सब जगत तराया। जन आवन का यह सुआओ, जन के संग चित आवे नाओ। आप मुक्त मुक्त करे संसार, नानक तिस जन को सदा नमस्कार। ऐसियां रूहां जिन्हां दी याद दे विच जुड़ बैठे हो, रब दे नाम दे विच रंगियां होइयां भिजियां होइयां रूहां विरलियां विरलियां जगत दे विच आउंदियां ने। फिर उन्हां नूं याद कीता जांदा है, उन्हां दियां यादां मनाईयां जांदियां ने। सो वड्डे भागां वाले हो जिन्हां ने आके हाज़री लवाई, 2 घड़ियां बैठ के संगत दे विच आनंद माणिया। घड़ी दी गल सुन रहे सी ना कि एक घड़ी आदि हूं ते आद, भगतन सेती गोष्टे जो किनो सो लाभ। किड्डे प्यारे बोल हन गुरबाणी दे कि प्यारिया आजा, एक घड़ी अद्धी तो अद्धी घड़ी बैठ के आनंद मान लै ते तेरा दुनिया दे विच आउणा सफल हो जावे। ये शरीर तेनू मिलिया, इसनू घोड़ी भी आखिया है गुरबाणी दे अंदर कि एक घोड़ी तेनू कादे वास्ते मिली है, इहदे नाल तू पेंडा तय करना है, परमात्मा दे घर वल नू कर लै। तू होर पासे तुरिया फिरदा है, तू होर गठड़ियां बन्नी जा रहा है, पर तू कुछ लाहा होर प्राप्त करना सी। सो गुरमुख प्यारिओ, पंचम पातशाह जी दा शहीदी दिहाड़ा आ रहा है। गुरु घरां दे विच सुखमनी साहिब जी दे जाप हुंदे हन हुण हर एक गुरु घर दे विच, क्योंकि शहादत नेड़े आ रही है। ते मैं उन्हां दे जीवनी दे विचों ही चंद बचन आप जी दे नाल साझे करांगी। बाणी के बोहे थे जिन्हां नूं आखिया गुरु अमरदास महाराज जी ने, दोहेता बाणी का बोहे था भानी, ये तेरा छोटा पुत्र, ये ते बाणी दे जहाज हन। ते सचमुच गुरुमुख प्यारिओ, पंचम पातशाह गुरबाणी दे जहाज हन। सब तो ज्यादा गुरबाणी पंचम पातशाह जी दी रसना तो उच्चारण होई है। ते पहले गुरु ग्रंथ साहिब महाराज वो भी धन धन गुरु अर्जन देव महाराज पंचम पातशाह जी ने स्थापना की श्री हरमंदर साहिब दे अंदर गुरबाणी दे जहाज बना के, ते साडे वर्गे जीवां नूं भवजलों पार करन दे वास्ते ये गुरु ग्रंथ साहिब महाराज जी साज के ते साडी झोली दे विच पाए गए। पर ये वेख के जिहड़ियां उस वेले दियां ताकतां सी, गुरु घर दे जिहड़े विरोधी सी, सक्का भरा सी पिरथी चंद, ओहदे कोलों भी जरिया नहीं सी जांदा कि इन्हां दी उस्तत, इन्हां दी महिमा क्यों हो रही है। मन दे विच ईरखा पैदा हो गई है। ईरखा किसे दे नाल भी कदे भी करनी नहीं चाहिए गुरमुख प्यारिओ। ईरखा किसे बंदे दे नाल करन लग जाइए, हौली हौली उस दे कोलों घिरना हो जाएगी, वो सानू घिरना करन लग जाएगा। फिर ये पापी मन जेड़ा है पाप करन ते तुल पएगा, ते एक दिन गुरमुख प्यारिओ इहदे विचों ही फिर पाप दे विचों ही जुल्म जेड़ा है, अपराध वो उपजदा है। क्योंकि पाप ते अपराध दे विच बड़ा फर्क है। पाप है जदों किसे दा माड़ा मन दे विच सोचदे आ, माड़ी सोच आ गई, मन पापी हो गया, जदों ओनू अंजाम दे दिता ते फिर वो अपराध अखवाउंदा है, जुल्म अखवाउंदा है। ते इहदा मुੱਢ जेड़ा है ईरखा ते नफरत तो ही बजदा है। सक्का भरा हो के भी ईरखा करदा है। ते जहांगीर दे कोल जाके ते बहुत तरह तरह दियां झूठियां गल्लां जड़ियां ने ओ लाइयां जांदियां। धन धन गुरु ग्रंथ साहिब महाराज जिन्हां दे अंदर सारे धर्मां नूं साझा उपदेश दिता जांदा है, जिथों आवाज़ आउंदी है अव्वल अल्लाह नूर उपाया, कुदरत के सब बंदे एक नूर ते सब जग उपजया, कौन भले को मंदे। इथों ते आवाज़ आई एक पिता एक सके हम बारिक, तू मेरा गुरहाई। पर गुरमुख प्यारिओ ये समझ ही ना आई समय दे लोकां नूं। कन्नां दे कच्चे बादशाह गल्लां दे विच आ जांदे। ते जहांगीर ने पंचम पातशाह जी दे वारंट जारी करके लाहौर दे विच बुलाउणा कीता है। जहांगीर ने गुरां नूं लाहौर बुलाया, की आखिया, कहंदा मैं सुनिया है आपने एक ग्रंथ बनाया जिस दे विच इस्लाम नूं माड़ा ठहराया। चंदू मुल्ला काजियां मैनू फरमाया, बागी खुसरो चोर नूं तुसां टिक्का लाया। ते अंत दे विच आखदा 2 लाख जुर्माना भर दिओ, इउं आख सुनाया। ਇਹਦੇ अफजाने दे विच 2 लाख जुर्माना भर दिओ। पंचम पातशाह जी लाहौर विखे पुजदे हन
ਧੰਨ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀ 12 ਸਾਲ ਤੋਂ ਵੀ ਘੱਟ ਉਮਰ ਸੀ, ਉਸ ਵੇਲੇ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਗਿਆ ਤੇ ਪੰਚਮ ਪਾਤਸ਼ਾਹ ਲਾਹੌਰ ਦੇ ਵਿੱਚ ਜਾਂਦੇ ਹਨ ਤੇ ਗੁਰਮੁਖ ਪਿਆਰਿਓ ਸਾਰੀਆਂ ਗੱਲਾਂ ਹਦਾਇਤਾਂ ਜਿਹੜੀਆਂ ਸੀ ਰੱਖੀਆਂ ਗਈਆਂ ਅੱਗੇ ਤੇ ਪਾਤਸ਼ਾਹ ਕਹਿਣ ਲੱਗੇ ਜਿਹੜੀ ਗੱਲ ਗੁਰਬਾਣੀ ਦੀ ਕਰਦੇ ਹੋ ਨਾ, ਇਸ ਗ੍ਰੰਥ ਦੇ ਵਿੱਚ ਕਿਸੇ ਨੂੰ ਮਾੜਾ ਨਹੀਂ ਆਖਿਆ ਗਿਆ। ਜਹਾਂਗੀਰ ਬੈਠ ਕੇ ਪੜ੍ਹ ਲੈ, ਬੈਠ ਕੇ ਸੁਣ ਲੈ, ਤੈਨੂੰ ਇਸ ਦੀ ਵਿਚਾਰ ਕਰਕੇ ਗੁਰਸਿੱਖ ਸੁਣਾ ਦੇਣਗੇ। ਇਹਦੇ ਵਿੱਚ ਕਿਸੇ ਨੂੰ ਮਾੜਾ ਨਹੀਂ ਆਖਿਆ ਗਿਆ, ਇਹਦੇ ਵਿੱਚ ਕੇਵਲ ਤੇ ਕੇਵਲ ਝੂਠ ਦੇ ਪਰਦੇ ਜ਼ਰੂਰ ਫਾਸ਼ ਕੀਤੇ ਗਏ ਹਨ। ਉਹ ਭਾਵੇਂ ਮੁੱਲਾ ਹੋਵੇ, ਭਾਵੇਂ ਪੰਡਤ ਹੋਵੇ, ਭਾਵੇਂ ਕੋਈ ਗਿਆਨੀ ਅਖਵਾਉਂਦਾ ਹੋਏ, ਜਿਹੜਾ ਝੂਠ ਦੇ ਰਸਤੇ ਤੇ ਚੱਲਿਆ ਉਹਦੇ ਪਾਜ ਖੋਲਦੀ ਹੈ ਗੁਰਬਾਣੀ। ਪਰ ਯਾਦ ਰੱਖੀ ਸੱਚਿਆਂ ਦੇ ਲਈ ਸਦਾ ਹੀ ਗੁਰਬਾਣੀ ਓਟ ਤੇ ਆਸਰਾ ਬਣੇਗੀ ਦੁਨੀਆ ਦੇ ਅੰਦਰ, ਪਰ ਨਹੀਂ ਮੰਨਦੇ। ਸਾਰੀਆਂ ਗੱਲਾਂ ਕਹਿ ਦਿੱਤੀਆਂ ਜਹਾਂਗੀਰ ਨੂੰ ਕਿ ਇੱਥੇ ਜਿਹੜਾ ਆਇਆ, ਜੇ ਸੰਗਤ ਦੇ ਵਿੱਚ ਬਾਗੀ ਖੁਸਰੋ ਆ ਗਿਆ, ਅਸੀਂ ਉਹਨੂੰ ਚੋਰ ਨਹੀਂ ਕਹਿ ਸਕਦੇ। ਜਿਹੜਾ ਸੰਗਤ ਦੇ ਵਿੱਚ ਆ ਗਿਆ ਉਹ ਸਾਧ ਹੈ, ਉਹ ਚੋਰ ਨਹੀਂ ਹੋ ਸਕਦਾ। ਗੁਰਮੁਖ ਪਿਆਰਿਓ ਇੱਥੇ ਜਿਹੜੇ ਬੈਠੇ ਆ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ, ਇੱਥੇ ਕੋਈ ਚੋਰ ਨਹੀਂ, ਇੱਥੇ ਸਾਰੇ ਸਾਧੂ ਹਨ, ਸੰਤ ਹਨ, ਜਿਹੜੇ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਨ ਵਾਲੇ ਹਨ, ਉੱਠਦਿਆਂ ਬਹਿੰਦਿਆਂ ਉਹਨੂੰ ਯਾਦ ਕਰਦੇ ਹਨ। ਇੱਥੇ ਕੋਈ ਚੋਰ ਨਹੀਂ ਆਉਂਦਾ ਗੁਰੂ ਨਾਨਕ ਦੇ ਘਰ ਦੇ ਵਿੱਚ, ਕਿਉਂਕਿ ਜਿਹੜਾ ਬਾਹਰ ਚੋਰੀਆਂ ਕਰਦਾ ਸੀ ਨਾ, ਉਹ ਵੀ ਜਦੋਂ ਇੱਥੇ ਆ ਗਿਆ ਉਹਨੇ ਵੀ ਸਾਧ ਬਣ ਜਾਣਾ, ਸੰਤ ਬਣ ਜਾਣਾ, ਫਿਰ ਚੋਰ ਤੇ ਇੱਥੇ ਕੋਈ ਰਹਿੰਦਾ ਹੀ ਨਹੀਂ। ਕਹਿਣ ਲੱਗੇ ਠੀਕ ਹੈ ਜਹਾਂਗੀਰ ਤੇ ਚਲਿਆ ਗਿਆ, ਪਰ ਜਿਹੜਾ ਕੇਸ ਸੀ ਸਾਰਾ ਚੰਦੂ ਨੂੰ ਦੇ ਗਿਆ। ਹੁਣ ਚੰਦੂ ਆਪਣੀ ਦੁਸ਼ਮਣੀ ਕੱਢਦਾ ਏ, ਕਿਉਂਕਿ ਚੰਦੂ ਦੀ ਧੀ ਦਾ ਰਿਸ਼ਤਾ ਹੋਇਆ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ। ਤੇ ਗੁਰਮੁਖ ਪਿਆਰਿਓ ਜਦੋਂ ਇਹਨੇ ਮਾੜੇ ਬੋਲ ਬੋਲੇ ਨਾ ਗੁਰੂ ਨਾਨਕ ਦੇ ਘਰ ਨੂੰ, ਮੋਹਰੀ ਆਖਿਆ ਤੇ ਆਪਣੇ ਆਪ ਨੂੰ ਚੁਬਾਰਾ ਦੱਸਿਆ। ਦਿੱਲੀ ਦੀਆਂ ਸੰਗਤਾਂ ਨੇ ਰਿਸ਼ਤੇ ਨੂੰ ਨਾ ਕਰ ਦਿੱਤੀ ਸੀ। ਗੁਰੂ ਨਾਨਕ ਦੇ ਘਰ ਦੇ ਵਿੱਚ ਸੰਗਤ 21 ਵਿਸਵੇ ਹੈ, ਯਾਦ ਰੱਖਣਾ। ਇੱਥੇ ਸਦਾ ਹੀ ਸੰਗਤ ਦੇ ਹੁਕਮ ਮੰਨੇ ਗਏ ਹੈ, ਸਿਰ ਮੱਥੇ ਮੰਨੇ ਗਏ ਹੈ। ਉਦੋਂ ਵੀ ਮੰਨਿਆ ਗਿਆ ਸੀ ਤੇ ਉਹ ਕਿਹੜ ਕੱਢ ਰਿਹਾ ਕਿ ਜਵਾਬ ਤੇ ਮੈਂ ਦੇਣਾ ਸੀ, ਪਰ ਰਿਸ਼ਤੇ ਨੂੰ ਨਾ ਉਧਰੋਂ ਆ ਗਈ, ਫਕੀਰਾਂ ਵੱਲੋਂ ਨਾ ਆ ਗਈ, ਮੇਰੀ ਤੇ ਬੇਇੱਜ਼ਤੀ ਹੋ ਗਈ। ਆਓ ਗੁਰਮੁਖ ਪਿਆਰਿਓ ਪੰਚਮ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ ਨੇ। ਹੁਣ ਤੱਤੀ ਤਵੀ ਦੇ ਕੋਲ ਲਿਆ ਕੇ ਭਾਰੇ ਲੋਹੇ ਦੀ ਤਵੀ ਲਾਲੋ ਲਾਲ ਕੀਤੀ ਗਈ ਹੈ, ਮਣਾ ਮੂਹੀ ਲੱਕੜਾਂ ਢਾ ਕੇ ਤੇ ਤਵੀ ਦੇ ਉੱਪਰ ਬੈਠਣ ਦੇ ਲਈ ਇਸ਼ਾਰਾ ਹੋਇਆ ਏ ਤੇ ਨਾਲ ਆਖਿਆ। ਚੰਦੂ ਨੇ ਕਹਿਣ ਲੱਗਿਆ ਹਾਲੇ ਵੀ ਸਮਾਂ, ਇੱਕ ਵਾਰ ਹੋਰ ਸੋਚ ਲਵੋ। ਪਾਤਸ਼ਾਹ ਕਹਿਣ ਲੱਗੇ ਚੰਦੂ ਅਸੀਂ ਜੋ ਸੋਚਣਾ ਸੀ ਸੋਚ ਲਿਆ, ਜੋ ਤੇਰਾ ਸੁਭਾਅ ਹੈ ਹੁਣ ਤੂੰ ਕਰ ਜਾਵੇਂਗਾ, ਤੇ ਜੋ ਸਾਡਾ ਸੁਭਾਅ ਹੈ ਉਹ ਅਸੀਂ ਕਰਕੇ ਵਿਖਾ ਦੇਵਾਂਗੇ। ਕਿ ਆਖਿਆ ਮੁਖ ਚੋਂ ਸਤ ਕਰਤਾਰ ਗੁਰਾਂ, ਬੈਠਣ ਲੱਗਿਆਂ ਚੌਂਕੜਾ ਮਾਰ ਲੋ ਤੇ ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ ਦੀ ਓਟ ਦੇ ਨਾਲ ਅਸੀਂ ਤਵੀ ਤੇ ਬਹਿਣ ਲੱਗਿਆਂ, ਆਪ ਹੀ ਸਾਡੀ ਆ ਕੇ ਸਾਰ ਲਵੇਗਾ। ਇਸ ਲਈ ਤੇਰੀ ਗੱਲ ਹੁਣ ਇੱਕ ਨਹੀਂ ਮੰਨੀ ਜਾਏਗੀ। ਪਾਤਸ਼ਾਹ ਤੱਤੀ ਤਵੀ ਤੇ ਬੈਠ ਗਏ ਨੇ, ਰੁੱਤ ਵੀ ਤੱਤੀ ਹੈ, ਸੀਸ ਦੇ ਵਿੱਚ ਤੱਤਾ ਰੇਤ ਵੀ ਪਵਾਇਆ ਜਾ ਰਿਹਾ ਹੈ, ਤਣ ਤੇ ਛਾਲੇ ਹੋ ਗਏ ਨੇ। ਪਰ ਗੁਰਮੁਖ ਪਿਆਰਿਓ ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗਦਾ ਹੈ ਇੱਥੇ ਧਰਮਾਂ ਦਾ ਕੋਈ ਰੌਲਾ ਨਹੀਂ ਹੈ। ਗੁਰੂ ਨਾਨਕ ਦੇ ਘਰ ਦੇ ਮੁਸਲਮਾਨ ਵੀ ਪਿਆਰੇ ਰਹੇ, ਜਿਸ ਨੇ ਸਾਹਮਣੇ ਖੜ ਕੇ ਆਖਿਆ ਐ ਮੇਰੇ ਪਿਆਰਿਆ ਇਹ ਕੀ ਭਾਣਾ ਵਰਤਾ ਚਲੇ ਹੋ। ਸੱਚੇ ਪਾਤਸ਼ਾਹ ਜੀਓ ਤੁਸੀਂ ਤੇ ਕੁਝ ਵੀ ਕਰ ਸਕਦੇ ਸੀ, ਤੁਸੀਂ ਚਾਹੁੰਦੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿੰਦੇ। ਐ ਮੇਰੇ ਸਾਹਿਬਾ ਉਹ ਕਰਾਮਾਤਾਂ ਅੱਜ ਕਿੱਥੇ ਦਬਾ ਕੇ ਰੱਖ ਲਈਆਂ, ਕਿਉਂ ਨਹੀਂ ਕਰਾਮਾਤਾਂ ਵਿਖਾ ਰਹੇ। ਮੇਰੇ ਸਾਹਿਬ ਕਹਿਣ ਲੱਗੇ ਸਾਈਂ ਜੀ ਠੰਡੇ ਹੋ ਜਾਓ। ਮੁਖੋਂ ਆਖਿਆ ਸਤ ਕਰਤਾਰ ਗੁਰਾਂ, ਬੈਠਣ ਲੱਗਿਆਂ ਚੌਂਕੜਾ ਮਾਰ ਲੋ ਤੇ ਪਾਤਸ਼ਾਹ ਕਹਿਣ ਲੱਗੇ ਸਾਡਾ ਸਹਾਈ ਆਪ ਹੈ ਅਕਾਲ ਪੁਰਖ ਵਾਹਿਗੁਰੂ, ਇਸ ਲਈ ਸਾਈਂ ਜੀ ਤੱਤੇ ਨਾ ਹੋ। ਤੇ ਸਾਈਂ ਮੀਆਂ ਮੀਰ ਕੀ ਕਹਿਣ ਲੱਗੇ ਨੇ, ਉਹਨਾਂ ਲਾਈਨਾਂ ਨੂੰ ਉਹਨਾਂ ਬੋਲਾਂ ਨੂੰ ਢਾਡੀ ਜਥਾ ਕਵਿਤਾ ਦੇ ਅੰਦਰ ਇਉਂ ਪੇਸ਼ ਕਰਨ ਲੱਗੇ।
ਵਿੱਚੋਂ ਨਾਮ ਚੰਦੂ ਦਾ ਮਿਟਾ ਦਿਆਂ। ਗੁਰੂ ਜੀ ਮੈਨੂੰ ਦੇਵੋ ਆ ਗਿਆ, ਆਖਿਆ ਇੱਕ ਵਾਰੀ ਮੇਰੇ ਵੱਲ ਮਿਹਰ ਦੀਆਂ ਨਜ਼ਰਾਂ ਪਾ ਦਿਓ। ਐ ਸਾਹਿਬਾ ਆਪ ਨਹੀਂ ਨਾ ਕਰਾਮਾਤ ਵਰਤਾਉਣੀ ਤੇ ਫਿਰ ਇਹ ਕੰਮ ਮੈਂ ਕਰਦਾ ਹਾਂ। ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਜੋ ਕੁਝ ਹੋ ਰਿਹਾ ਨਾ ਉਹਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਤੇ ਭਾਣਾ ਕਦੇ ਉਲਟਾਈ ਦਾ ਨਹੀਂ ਹੁੰਦਾ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਾਈਂ ਜੀ ਸ਼ਹਾਦਤ ਦੇ ਕੇ ਜਾਣੀ ਹੈ ਇਸ ਜ਼ਾਲਮ ਹਕੂਮਤ ਨੂੰ, ਪੜਨੇ ਪਾ ਦੇਣਾ ਏ। ਇਹ ਸ਼ਹਾਦਤ ਦੇ ਵਿੱਚੋਂ ਜਿਹੜਾ ਫੁੱਲ ਖਿਲੇਗਾ ਨਾ ਫਿਰ ਇਹਨਾਂ ਜ਼ੁਲਮੀ ਸਰਕਾਰਾਂ ਦੇ ਨਾਲ ਉਹ ਮੱਥਾ ਲਾਵੇਗਾ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੂੰ ਆਖਿਆ ਜਾਂਦਾ ਹੈ। ਸ਼ਹੀਦੀ ਦੀ ਪਿਰਤ ਚਲਾਈ ਹੈ ਕਿ ਕਿਸ ਤਰ੍ਹਾਂ ਸ਼ਾਂਤਮਈ ਸ਼ਹੀਦੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਹਨ। ਮਾਤਾ ਭਾਨੀ ਜੀ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ਼ਨਾਨ ਕਰਾਇਆ ਕਰਦੇ ਸੀ। ਇੱਕ ਦਿਨ ਚੌਂਕੀ ਦਾ ਪਾਵਾ ਟੁੱਟ ਜਾਂਦਾ ਏ ਤੇ ਇਹ ਬੱਚੀ ਆਪਣਾ ਪੈਰ ਥੱਲੇ ਲਾ ਲੈਂਦੀ ਹੈ ਬੀਬੀ ਭਾਨੀ ਜੀ। ਤੇ ਜਦੋਂ ਕਹਿੰਦੇ ਉਹਦੇ ਵਿੱਚੋਂ ਰੱਤ ਨਿਕਲਦੀ ਹੈ ਪਾਣੀ ਦੇ ਵਿੱਚ ਰਲਦੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ ਬੱਚੀ ਇਹ ਰੰਗ ਲਾਲ ਕਿਵੇਂ ਹੋ ਗਿਆ? ਆਖਿਆ ਪਿਤਾ ਜੀ ਪਤਾ ਨਹੀਂ ਸ਼ਾਇਦ ਕਿਤੇ ਰੰਗ ਡੁੱਲ ਗਿਆ ਹੋਵੇਗਾ। ਆਖਿਆ ਭਾਨੀ ਨਹੀਂ ਸਾਨੂੰ ਪਤਾ ਏ ਤੂੰ ਪੀੜੀ ਦੇ ਹੇਠ ਆਪਣਾ ਪੈਰ ਦਿੱਤਾ ਹੋਇਆ ਏ। ਐਡੀ ਵੱਡੀ ਸੇਵਾ, ਐਡਾ ਵੱਡਾ ਤੇਰਾ ਜਿਗਰਾ। ਆਖਿਆ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਮੇਰੇ ਗੁਰੂ ਹੋ, ਤੁਹਾਡੀ ਸੇਵਾ ਕਰਦੇ ਆ। ਜੇ ਥੋੜੀ ਜਿਹੀ ਰੱਤ ਡੁੱਲ ਗਈ ਤੇ ਕੀ ਫਰਕ ਪੈ ਗਿਆ? ਭਾਨੀ ਮੰਗ ਅੱਜ ਕੁਝ ਗੁਰੂ ਨਾਨਕ ਦੇ ਘਰ ਦੇ ਵਿੱਚੋਂ। ਆਖਿਆ ਸਾਹਿਬਾ ਸਭ ਕੁਝ ਤੇ ਹੈ, ਤੁਸੀਂ ਨਾਨਕ ਦੇ ਸਰੂਪ, ਮੈਂ ਤੁਹਾਡੀ ਬੱਚੀ, ਮੈਨੂੰ ਹੋਰ ਕੀ ਚਾਹੀਦਾ ਹੈ? ਆਖਿਆ ਨਹੀਂ ਫਿਰ ਵੀ ਮੰਗ ਕੁਝ। ਤੇ ਕਥਨ ਕੀਤਾ ਗਿਆ ਕਿ ਆਖਿਆ ਗੱਦੀ ਘਰ ਦੀ ਘਰ ਦੇ ਵਿੱਚ ਰਹਿ ਜਾਵੇ ਤੇ ਪੰਚਮ ਤੀਸਰੇ ਪਾਤਸ਼ਾਹ ਆਖਦੇ ਨੇ ਗੱਦੀ ਤੇ ਘਰ ਦੇ ਵਿੱਚ ਰਹਿ ਜਾਏਗੀ। ਪਰ ਭਾਨੀ ਹੁਣ ਸ਼ਹਾਦਤਾਂ ਦਾ ਦੌਰ ਚੱਲਣਾ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਹਾਦਤਾਂ ਹੋਣੀਆਂ ਨੇ, ਬਹੁਤ ਕੁਝ ਵੇਖਣਾ ਪਵੇਗਾ। ਆਖਿਆ ਮੈਂ ਸਭ ਕੁਝ ਬਰਦਾਸ਼ਤ ਕਰ ਲਵਾਂਗੀ। ਸੀਸ ਤੇ ਹੱਥ ਰੱਖਿਆ ਤੀਸਰੇ ਪਾਤਸ਼ਾਹ ਜੀ ਨੇ ਤੇ ਭਾਨੀ ਜੀ ਨੇ ਨੇਤਰ ਬੰਦ ਕੀਤੇ ਨੇ। ਕੀ ਵੇਖਿਆ? ਨੇਤਰ ਖੋਲੇ ਤੇ ਪਾਤਸ਼ਾਹ ਆਖਦੇ ਨੇ ਬੱਚੀ ਕੀ ਵੇਖਿਆ? ਕਹਿਣ ਲੱਗੇ ਮੈਂ ਸਭ ਕੁਝ ਵੇਖ ਲਿਆ ਹੈ। ਕੀ ਵੇਖਿਆ ਦੱਸੋ ਸਾਨੂੰ? ਉੱਥੇ ਸ਼ਾਇਰ ਲਿਖਦੇ ਨੇ ਆਖਿਆ ਟੁਕੜਾ ਜ਼ਿਗਰ ਦਾ ਸ਼ਹਿਰ ਲਾਹੌਰ ਅੰਦਰ ਤਤੀ ਤਵੀ ਤੇ ਤਪਦਿਆਂ, ਤਤੀ ਤਵੀ ਤੇ ਸੜਦਿਆਂ ਵੇਖਿਆ ਮੈਂ ਦਿੱਲੀ ਸ਼ਹਿਰ ਦੇ ਚਾਂਦਨੀ ਚੌਂਕ ਅੰਦਰ ਸੀਸ ਧੜ ਨਾਲੋਂ ਚੜਦਿਆਂ ਵੇਖਿਆ ਮੈਂ ਜੋੜਾ ਇੱਕ ਚਮਕੌਰ ਦੀ ਗੜੀ ਅੰਦਰ, ਜੋੜਾ ਇੱਕ ਚਮਕੌਰ ਦੀ ਗੜੀ ਅੰਦਰ ਨਾਲ ਦੁਸ਼ਮਣਾਂ ਲੜਦਿਆਂ ਵੇਖਿਆ ਮੈਂ ਦੋ ਨਿੱਕੀਆਂ ਮਾਸੂਮ ਜਿੰਦੜੀਆਂ ਨੂੰ ਵਿੱਚ ਕੰਧਾਂ ਦੇ ਖੜਦਿਆਂ ਵੇਖਿਆ ਮੈਂ। ਐ ਸਾਹਿਬ ਜੀਓ ਮੈਂ ਵੇਖਿਆ ਇਹ ਸਭ ਕੁਝ। ਫਿਰ ਭਾਨੀ ਹੁਣ ਵੀ ਫੈਸਲਾ ਅਟਲ ਹੈ? ਆਖਿਆ ਪਿਤਾ ਜੀਓ ਜੋ ਬਚਨ ਹੋ ਗਿਆ ਨਾ ਉਹ ਅਟਲ ਹੈ, ਬਚਨਾਂ ਤੋਂ ਇਹ ਬੱਚੀ ਤੁਹਾਡੀ ਕਦੇ ਨਹੀਂ ਫਿਰੇਗੀ। ਇਹ ਭਾਨੀ ਮਾਂ ਦੇ ਜਿਗਰ ਦਾ ਟੁਕੜਾ ਸੀ ਜਿਹੜਾ ਤੱਤੀ ਤਵੀ ਤੇ ਬੈਠ ਕੇ ਆਪਣਾ ਤਨ ਤਪਾ ਰਿਹਾ ਸੀ। ਸਾਈਂ ਜੀ ਆਖਦੇ ਨੇ ਮੇਰੇ ਨੇਤਰ ਸੜ ਗਏ, ਮੇਰੇ ਤਨ ਨੂੰ ਅੱਗ ਲੱਗ ਗਈ ਹੈ। ਤੇ ਜਿਹੜੇ ਤਵੀ ਤੇ ਬੈਠੇ ਹੋਏ ਸੀ ਉਹ ਕੀ ਆਖਦੇ ਨੇ? ਸਾਈਂ ਜੀ ਠੰਡੇ ਰਹੋ, ਆਖੋ ਸਤਨਾਮ। ਕੋਈ ਤੱਤੀ ਤਵੀ ਤੇ ਬੈਠ ਕੇ ਵੀ ਕਿਸ ਤਰ੍ਹਾਂ ਠੰਡਾ ਰਹਿ ਸਕਦਾ ਏ? ਇਹ ਧੰਨ ਪੰਚਮ ਪਾਤਸ਼ਾਹ ਜੀ ਹਨ ਜਿਨ੍ਹਾਂ ਨੂੰ ਸ਼ਾਂਤੀ ਦੇ ਪੁੰਜ ਆਖਿਆ ਗਿਆ ਹੈ। ਗੁਰਮੁਖ ਪਿਆਰਿਓ ਇੱਕ ਸੀ ਸਾਈਂ ਮੀਆਂ ਮੀਰ ਜਿਹੜਾ ਧਾਹਾਂ ਮਾਰ ਕੇ ਰੋ ਰਿਹਾ ਸੀ, ਦੂਜੀ ਉਸ ਚੰਦੂ ਚੰਦਰੇ ਦੀ ਨੂੰਹ ਸੀ। ਇਹਨੂੰ ਵੀ ਪਤਾ ਲੱਗਿਆ ਏ ਕਿ ਮੇਰੇ ਸਹੁਰੇ ਨੇ ਬੜਾ ਕਹਿਰ ਕਮਾਇਆ, ਜ਼ੁਲਮ ਢਾ ਦਿੱਤਾ ਏ। ਉਹ ਲਿਓੜ ਫੁੱਟ ਗਏ ਨੇ ਲਾਹੌਰ ਦੀਆਂ ਕੰਧਾਂ ਦੇ, ਪਰ ਇਸ ਜ਼ਾਲਮ ਨੂੰ ਰੱਤੀ ਭਰ ਵੀ ਸੇਕ ਨਹੀਂ ਲੱਗਿਆ ਇਸ ਤਵੀ ਦਾ। ਇਹ ਕਹਿਰ ਤੇ ਕਹਿਰ ਢਾਈ ਜਾ ਰਿਹਾ ਏ। ਇਹ ਬੀਬੀ ਭੱਜ ਕੇ ਪਾਸ ਆਈ ਹੈ। ਆਓ ਲਾਸਟ ਕਵਿਤਾ ਕਹਿ ਕੇ ਮੈਂ ਖਿਮਾ ਦੀ ਜਾਚਕ ਹੋਵਾਂ। ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬੈਠਿਆਂ ਵੇਖ ਕੇ ਉਸ ਜ਼ਾਲਮ ਹਕੂਮਤ ਨੂੰ, ਆਪਣੇ ਸਹੁਰੇ ਨੂੰ ਇੱਕ ਤਾਨਾ ਦੇਣ ਲੱਗੀ ਹੈ ਕਿ ਇਸ ਜ਼ਾਲਮ ਹਕੂਮਤ ਨੇ ਵੀ ਗਰਕ ਜਾਣਾ ਹੈ ਤੇ ਤੂੰ ਵੀ ਗਰਕ ਜਾਣਾ ਹੈ। ਤੂੰ ਤੇ ਕਲੰਕ ਲਾ ਲਿਆ ਆਪਣੇ ਮੱਥੇ ਦੇ ਵਿੱਚ ਜਿਹੜਾ ਉਮਰਾਂ ਤੱਕ ਦੁਨੀਆ ਜਦੋਂ ਤੱਕ ਜੀਵੇਗੀ ਉਦੋਂ ਤੱਕ ਤੇਰੇ ਮੱਥੇ ਦੇ ਵਿੱਚ ਲੱਗਿਆ ਰਹੇਗਾ। ਆਓ ਕੀ ਕਹਿ ਰਹੀ ਹੈ ਉਹ ਚੰਦੂ ਦੀ ਨੂੰਹ ਉਹਨਾਂ ਲਈ ਇਹਨਾਂ
ਨੂੰ ਢਾਡੀ ਜੱਥਾ ਆਪਦੀ ਸੇਵਾ 'ਚ ਇਉਂ ਕਹਿ ਰਿਹਾ ਹੈ। जिन्ने मंगिया है सब दा, ये तां ओह नानक दी जोत है, भला जिन्ने मंगिया है सब दा। किथे भला हो तेरा ज़ालमा, तवी ते बैठाया रूप रब दा, तवी ते बैठाया रूप रब दा।
किथे भला हो तेरा जालमा, तवी ते बिठाया रूप रब दा। ये उस वेले दे बोल सन चंदू दी नूंह दे, ते जेड़े रब नूं प्यार करन वाले सी, गुरु नानक दे घर नूं प्यार करन वाले सी, उन्हां दे बोल सी। इन्नियां क बेनतियां प्रवान कर लैणियां, होईयां भुल्लां चुक्कां दी खिमा बख्श देनी। मेरे सत्कारयोग वीर गुरविंदर सिंह जिन्हां ने समा दे के निवाजिया, सारियां नूं निवाजदे ने समा दे के। सो साहिब चढ़दियां कला दे विच रखन। सारे गुरसिख प्यारे जो भी गुरमुख प्यारे सेवावां निभा रहे हो, जिन्ने भी आके इत्थे शमूलीयत करदे हो, हाज़रियां लगवांदे हो, साहिब सबना नूं चढ़दियां कला दे विच रखन। परिवारां दे विच सुख शांति, साडे बच्चिआं नूं गुरसिੱਖੀ दी दात मिले, इस घर दे विचों ये अरदास करिया करो। सो इन्नियां क बेनतियां प्रवान कर लैणियां। महापुरखां दा बहुत बहुत धन्नवाद है, जेड़े सेवावां निभा रहे ने बहुत वड्डियां, और बहुत वड्डा जिन्हां दा उपराला है गुरसिੱਖੀ दे नाल संगत नूं जोड़न दा। साहिब चढ़दियां कला दे विच रखण, इदां ही गुरसिੱਖਾਂ नूं बच्चिआं नूं गुरबाणी दे नाल जोड़दे रहण। सो हुक्म होया 10 मिनट होर 10 दे जथे ने सेवा आप जी दी करनी है। मैनू तो लग रहा शायद 5-7 मिनट उपर चले गए ने, तो मैं माफ़ी मंगण वाली सी, पर 10 मिनट होर 10 दे जथे नूं दिते गए ने। सो मैं आप जी दे नाल एक शब्द होर कह के फिर खिमा दी जाचक होवांगी। फुलवाड़ी है सिख फुलवाड़ी गुरमुख प्यारिओ, जिथे आके आप विराजमान होए हो, जिथे आके भगती दा नाम दा रंग चढ़दा है, ते साडा मन जिहड़ा विकारां दे विच रंगिया जांदा ना इस दुनिया दे विच, क्योंकि ये कल युग है, जिन्हों कल युग आखिया जाता है, कला दा युग, जिहदे विच पैर पैर ते तिलकण बाजी है। पता नहीं कित्थे इस मन ने बेईमान हो जाना है, इहदा कोई भरोसा नहीं। उस कल युग दे अंदर जे किसी नूं ऐसियां घड़ियां प्राप्त हो गईयां ना, गुरमुख प्यारिओ समझ लेना कि कोई पिछले जन्म दे विच कोई बीजिया होया सी, जेड़ा हरिया हो गया, जेड़ा खिंच के सानू महापुरखां दी शरण दे विच ले आया, संगत दे विच ले आया। गुरबाणी ने फैसला दिता है कि वड भागी हर संगत पावै, भागहीन भरम चोटां खावै। बिन भागां सत संग ना लभै, बिन संगत मैल भरी जै जियो। वड्डियां भागां दे नाल ऐसियां घड़ियां नसीब हुंदियां ने, नहीं ते दुनिया ते भटकदी पई है। अरदास करी दी है साहिब दे चरनां च कि साहिबा असी ते तेरा देन नहीं दे सकते, जिन्ना शुकराना करिए उठते बहिंदे उन्ना थोड़ा है कि तू सानू अपने लड़ लाया। नहीं तो इत्थे गुरमुख प्यारिओ दुनिया पता नहीं कित्थे कित्थे भटकदी फिरदी है। जेड़े रब दे शरीक ने उन्हां दे भी जाके ते लोक चरनां च पै डिगदे ने। ते ऐसियां रूहां जिन्हां ने गुरबाणी दे अंदर साडे मन नूं रंग देना है, इन्हां दा संग ते वड्डे भागां दे नाल मिलदा है। इन्हां दी उस्तत दे विच ते गुरबाणी ने गुरमुख प्यारिओ बहुत कुछ लिख दिता है। साहब ते कहंदे ने जेड़े संतां दी निंदिया करदे ने नरकां च भी ढोई नहीं मिलनी। संतां दे निंदकां नूं कहंदे इन्हां ने ते अग दे विच इउं सड़ना है जिवें कहंदे किते पराली कोई कख रोलदे पिया नूं अग लग जांदी है ना, ये हाल संतां दे निंदकां दा होना, जेड़े साधुआं दी निंदिया करदे हन, पूर्ण संतां दी निंदिया जेड़े करदे हन। गुरमुख प्यारिओ ऐसियां रूहां दे नाल मेल ते वड्डे भागां दे नाल होया करदे ने। साहिब होर भी चढ़दियां कला दे विच लैके जान, जेड़े नाम बीजदे हन। ते नाम गुरु नानक साहिब जी ने आखिया जदों करतारपुर साहिब दी धरती ते उपदेश दिता, की आखदे ने मेरे पातशाह? किरसान नूं भी समझाया है कि हल चलाउणा है ते किस तरह दा चलाउणा है। साहिब आखदे ने मन हाली किरसानी करनी, किवें दी किरसानी कर। ओ गुरमुख प्यारिओ सच दी कमाई करनों भी आख्या, ते इस मन की भी नाल गल कीती है। मन हाली किरसानी करनी, नाम पानी तन खेत, सरम पानी तन खेत, नाम बीज संतोख सुहागा, रख गरीबी वेस। कहंदे नाम बीज लै, ते कहंदे फिर जिवें किरसान सुहागा दे दिंदा है ना, नाम बीज बीज के किसी भी चीज़ का, कणक का मक्की का बीज पा के, ते जे उतों सुहागा ना दिता जाए तो फिर चिड़ियाँ जनौर जेड़े ने वो बीज चुग के लै जाते हैं, फिर फसल नहीं उगती।
ਸਾਹਿਬ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਉੱਤੇ ਸੁਹਾਗਾ ਵੀ ਦੇ ਦੇਈ। ਇਹ ਨਹੀਂ ਵੀ ਜੇ ਅੱਜ ਨਿਤਨੇਮ ਕਰ ਲਿਆ ਤੇ ਸਾਰਾ ਦਿਨ ਤੂੰ ਉਹੀ ਗੁਣ ਗਾਉਂਦਾ ਰਵੇਂ ਵੀ ਮੈਂ ਤੇ ਸਵੇਰੇ 2 ਵਜੇ ਉੱਠ ਪਿਆ ਸੀ, ਮੈਂ ਤੇ ਅੱਜ ਇੰਨੀਆਂ ਬਾਣੀਆਂ ਪੜ੍ਹ ਲਈਆਂ ਨੇ। ਸੰਤੋਖ ਰੱਖੀ, ਸੰਜਮ ਰੱਖੀ, ਸੁਹਾਗਾ ਦਿੰਦਾ ਰਵੀਂ ਤਾਂ ਕਿ ਤੇਰਾ ਮਨ ਕਦੇ ਹੰਕਾਰ ਦੇ ਵਿੱਚ ਨਾ ਆ ਜਾਵੇ, ਹਉਮੈ ਦੇ ਵਿੱਚ ਨਾ ਆ ਜਾਵੇ, ਤੇ ਉਹੋ ਹੀ ਚੰਗਾ ਹੈ। ਤੇ ਗੁਰਮੁਖ ਪਿਆਰਿਓ, ਹੰਕਾਰ ਦਾ ਬੀ ਤੇ ਰੱਬ ਨਾ ਕਰੇ ਕਿਸੇ ਦੇ ਅੰਦਰ ਵੀ ਪੁੰਗਰ ਪਵੇ, ਬਹੁਤ ਮਾੜੀ ਹੈ। ਹੰਕਾਰ ਜਿਹੜੀ ਹੈ ਨਾ, ਹਰ ਔਗਣ ਦਾ ਜਿਹੜਾ ਮੂਲ ਹੈ ਉਹ ਹੰਕਾਰ ਦੇ ਵਿੱਚੋਂ ਹੀ ਨਿਕਲਦਾ। ਹੰਕਾਰ ਐਡੀ ਭੈੜੀ ਚੀਜ਼ ਹੈ 5 ਵਿਕਾਰਾਂ ਦੇ ਵਿੱਚੋਂ, ਤੇ ਪਤਾ ਨਹੀਂ ਕਿੱਥੇ ਹੋ ਜਾਣਾ ਬੰਦੇ ਨੂੰ, ਤੇ ਪਤਾ ਵੀ ਨਹੀਂ ਚੱਲਦਾ। ਅਸੀਂ ਸਾਰੇ ਕਹਿੰਦੇ ਆ ਅਸੀਂ ਹੰਕਾਰ ਦੇ ਕੋਲੋਂ ਬਚੇ ਹੋਏ ਆ, ਸਾਡੇ ਵਿੱਚ ਕਿਸੇ ਗੱਲ ਦੀ ਹਉਮੈ ਨਹੀਂ, ਪਰ ਪਤਾ ਦੂਜਿਆਂ ਦੇ ਕੋਲੋਂ ਲੱਗਦਾ ਕਿ ਸਾਡੇ ਅੰਦਰ ਕਿੰਨਾ ਕੁ ਹੰਕਾਰ ਹੈ, ਆਪ ਨੂੰ ਨਹੀਂ ਪਤਾ ਲੱਗਦਾ। ਇਸ ਲਈ ਗੁਰਮੁਖ ਪਿਆਰਿਓ, ਅਰਦਾਸ ਹੀ ਕਰ ਸਕਦੇ ਹਾਂ ਕਿ ਸਾਹਿਬਾ ਸਾਡੇ ਤੇ ਕਿਰਪਾ ਰੱਖ, ਸਾਡੇ ਤੇ ਰਹਿਮਤ ਕਰ, ਸਾਨੂੰ ਭਟਕਣ ਤੋਂ ਬਚਾ ਲੈ, ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੀ। ਮੈਂ ਤੇ ਕਹਿੰਦੀ ਹੁੰਨੀ ਆ ਕਿ ਗੁਰਮੁਖ ਪਿਆਰਿਓ, ਜਿਹੜੇ ਅੱਜ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹੋਏ ਨਾ, ਜਿਨ੍ਹਾਂ ਨੇ 5 ਘੁੱਟ ਅੰਮ੍ਰਿਤ ਛਕ ਕੇ ਤੇ ਇਸ ਪਰਿਵਾਰ ਦੇ ਵਿੱਚ ਵਾਧਾ ਕਰ ਦਿੱਤਾ ਹੈ, ਗੁਰੂ ਕਲਗੀਧਰ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚ ਆਣ ਰਲੇ ਨੇ, ਉਹਨਾਂ ਵਰਗੇ ਵੱਡੇ ਭਾਗ ਦੁਨੀਆ ਦੇ ਵਿੱਚ ਕਿਸੇ ਦੇ ਹੋ ਹੀ ਨਹੀਂ ਸਕਦੇ। ਬਾਕੀ ਤੇ ਇਸ ਘੋਰ ਕਲਯੁਗ ਦੇ ਅੰਦਰ ਸੜਦੇ ਬਲਦੇ ਫਿਰਦੇ ਹੈ, ਉਹਨਾਂ ਨੂੰ ਬਚਾ ਲਿਆ ਸਾਹਿਬ ਨੇ ਨਾਮ ਦੀ ਕਣੀ ਦੇ ਕੇ, ਅੰਮ੍ਰਿਤ ਦੀ ਦਾਤ ਦੇ ਕੇ। ਸੋ ਆਓ ਇਸ ਕੌਮ ਦੀ ਗਾਥਾ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਜਾਵਾਂ, ਕਿਉਂਕਿ ਜੇ ਸਮੇਂ ਦਾ ਪਹਿਲਾਂ ਪਤਾ ਹੁੰਦਾ ਤੇ ਮੈਂ ਇਤਿਹਾਸ ਜਿਹੜਾ ਜਲਦੀ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕੀਤਾ, ਉਹਨੂੰ ਥੋੜਾ ਜਿਹਾ ਹੋਰ ਲੰਮੇਰਾ ਕਰਕੇ ਵਿਚਾਰ ਜਿਹੜੀ ਸੀ ਆਪਾਂ ਕਰ ਲੈਣੀ ਸੀ। ਪਰ ਸਮੇਂ ਦੀ ਗੁਰਮੁਖ ਪਿਆਰਿਓ ਪਾਬੰਦੀ ਹੋਇਆ ਕਰਦੀ ਹੈ, ਤੇ ਸਮੇਂ ਦੇ ਵਿੱਚ ਰਹਿਣਾ ਇਹ ਸਾਡਾ ਫਰਜ਼ ਹੈ। ਸਮੇਂ ਤੋਂ ਬਾਹਰ ਜਾਈਏ ਤੇ ਫਿਰ ਗੱਲ ਨਹੀਂ ਬਣਦੀ। ਸੋ ਧੰਨ ਧੰਨ ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਜਹਾਨ ਦੇ ਵਿੱਚ ਆਏ, ਤੇ ਅਸੀਂ ਹੋਂਦ ਦੇ ਵਿੱਚ ਆਏ ਹਾਂ। ਉਦੋਂ ਪਹਿਲਾਂ ਸਾਡੀ ਤੇ ਕੋਈ ਹੋਂਦ ਹੀ ਨਹੀਂ ਸੀ। ਉਹਨਾਂ ਨੇ ਸਿੱਖੀ ਦਾ ਬੂਟਾ ਲਾਇਆ। ਪੰਚਮ ਪਾਤਸ਼ਾਹ ਜੀ ਨੇ ਤੱਤੀ ਤਵੀ ਤੇ ਬੈਠ ਕੇ ਆਪਣੀ ਚਰਬੀ ਢਾਲ ਕੇ ਉਸ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਪਾ ਦਿੱਤੀ ਹੈ। 9ਵੇਂ ਪਾਤਸ਼ਾਹ ਨੇ ਸ਼ਾਹ ਰਗ ਦਾ ਖੂਨ ਦਿੱਲੀ ਦੇ ਅੰਦਰ ਡੋਲ ਕੇ ਇਸ ਬੂਟੇ ਨੂੰ ਸਿੰਜਣਾ ਕੀਤਾ ਹੈ, ਤੇ 10ਵੇਂ ਪਾਤਸ਼ਾਹ ਜੀ ਕੁਰਬਾਨੀਆਂ ਦੀ ਝੜੀ ਲਾ ਦਿੱਤੀ ਹੈ। ਪਿਤਾ ਵੀ ਕੁਰਬਾਨ, ਮਾਤਾ ਵੀ ਕੁਰਬਾਨ, ਪੁੱਤਰ ਵੀ ਕੁਰਬਾਨ, ਭੂਆ ਦੇ ਪੁੱਤਰ ਵੀ ਕੁਰਬਾਨ, ਤੇ ਆਪਣਾ ਆਪਾ ਵੀ ਸਾਡੀ ਖਾਤਰ ਵਾਰ ਦਿੱਤਾ। ਇਸ ਅਣਖੀ ਦਲੇਰ ਕੌਮ ਦੀ ਗਾਥਾ ਮੇਰੇ ਸਾਥੀ ਬੀਬੀ ਮਨਪ੍ਰੀਤ ਕੌਰ, ਬੀਬੀ ਬਲਦੀਪ ਕੌਰ, ਸਰੰਗੀ ਵਾਦ ਭਾਈ ਸੁਖਵਿੰਦਰ ਸਿੰਘ ਖਨੌੜਾ ਆਪ ਦੀ ਸੇਵਾ ਦੇ ਅੰਦਰ ਇਉਂ ਪੇਸ਼ ਕਰਨ ਲੱਗੇ।
ਅਣਖੀ ਮੇਰੀ ਸਿੱਖ ਕੌਮ ਦੀ ਜਗ ਤੋਂ ਸ਼ਾਨ ਨਿਰਾਲੀ। ਧਰਮ ਤੇ ਸਾਰੇ ਹੀ ਚੰਗੇ ਆ, ਧਰਮ ਤੇ ਕੋਈ ਮਾੜਾ ਨਹੀਂ, ਪਰ ਜਿਹੜੀਆਂ ਸ਼ਾਨਾਂ ਇਸ ਕੌਮ ਦੇ ਅੰਦਰ ਬਣੀਆਂ ਉਹ ਕਿਸੇ ਹੋਰ ਦੇ ਕੋਲ ਨਹੀਂ। ਇੱਥੇ ਇੱਕ ਬੂਟੇ ਨੂੰ ਰੰਗ ਰੰਗ ਦੇ ਫੁੱਲ ਖਿੜ ਗਏ ਨੇ, ਸ਼ਹਾਦਤਾਂ ਦੇ ਫੁੱਲ ਲੱਗੇ, ਕਿਤੇ ਸ਼ਾਂਤਮਈ ਸ਼ਹਾਦਤਾਂ ਹੋਈਆਂ, ਕਿਤੇ ਮੈਦਾਨੇ ਜੰਗ ਦੇ ਅੰਦਰ ਜੂਝ ਕੇ ਸ਼ਹਾਦਤ ਦੇ ਜਾਮ ਪੀਤੇ। ਇੱਥੇ ਭਗਤੀ ਦੇ ਫੁੱਲ ਖਿੜੇ, ਇੱਥੇ ਸ਼ਕਤੀ ਦੇ ਫੁੱਲ ਖਿੜੇ। ਉਹ ਇੱਥੇ ਦੁਨੀਆ ਦੇ ਅੰਦਰ ਲੰਗਰ ਲਾਉਣ ਵਾਲਿਆਂ ਦੀ ਕਤਾਰ ਦੇ ਵਿੱਚ ਖਾਲਸਾ ਅੱਗੇ ਆਇਆ। ਦੁਨੀਆ ਦੇ ਅੰਦਰ ਜਦੋਂ ਤੱਕ ਸਿੱਖੀ ਜਿਉਂਦੀ ਆ, ਜਦੋਂ ਤੱਕ ਇਹ ਦੁਨੀਆ ਹੈ, ਕੋਈ ਭੁੱਖਾ ਨਹੀਂ ਮਰ ਸਕਦਾ। ਗੁਰਮੁਖ ਪਿਆਰਿਓ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਿੱਖ ਵਸਦਾ ਹੈ, ਕਿਉਂਕਿ ਇਹ ਸਾਰੇ ਤਰ੍ਹਾਂ ਦੇ ਰੰਗ ਭਰ ਦਿੱਤੇ ਹਨ ਸਿੱਖ ਕੌਮ ਦੇ ਅੰਦਰ। ਨਿਰਾਲੇ ਰੰਗਾਂ ਦੇ ਨਾਲ ਇਹ ਖਿੜਿਆ ਹੋਇਆ ਬਗੀਚਾ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਦੇ ਵਿੱਚ ਰਹੇ ਤੇ ਮਹਿਕਾਂ ਜਿਹੜੀਆਂ ਨੇ ਦੁਨੀਆ ਦੇ ਅੰਦਰ ਆਪਣੀਆਂ ਖਿਲਾਰਦਾ ਰਹੇ, ਖੁਸ਼ਬੂ ਵੰਡਦਾ ਰਹੇ। ਦਇਆ ਵੀ ਸਾਡੇ ਅੰਦਰ ਪਾ ਦਿੱਤੀ ਹੈ, ਸ਼ਕਤੀ ਵੀ ਸਾਨੂੰ ਦੇ ਦਿੱਤੀ ਹੈ, ਤੇ ਗੁਰਮੁਖ ਪਿਆਰਿਓ ਵੱਡਾ ਜ਼ਿਗਰਾ ਵੀ ਦੇ ਦਿੱਤਾ ਹੈ। ਇਹ ਸਾਰੀਆਂ ਤਾਕਤਾਂ ਬਖਸ਼ਾਂ ਇਸ ਘਰ ਦੇ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਮਹਾਂਪੁਰਖ ਪੁੱਜ ਚੁੱਕੇ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜਿੰਨਾ ਵੀ ਇਹਨਾਂ ਦਾ ਧੰਨਵਾਦ ਕਰੀਏ ਉਹਨਾਂ ਥੋੜ੍ਹਾ, ਕਿਉਂਕਿ ਬਹੁਤ ਹੀ ਸਾਡੇ ਲਈ ਚੰਗਾ ਕਰ ਰਹੇ ਨੇ, ਸਾਡਿਆਂ ਬੱਚਿਆਂ ਦੇ ਲਈ ਬਹੁਤ ਕੁਝ ਕਰ ਰਹੇ ਨੇ। ਸੋ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਸਾਰੀ ਸੰਗਤ ਦਾ ਧੰਨਵਾਦ ਹੈ। ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦੇ ਦਿਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।